हेलो स्टूडेंट्स, आई एम सुखविंदर फ्रॉम डिपार्टमेंट ऑफ इकोनॉमिक्स GGST कॉलेज हरियाणा हुशियारपुर। अज असीं करन जा रहे हैं इंडिफरेंस करव एनालिसिस। नवा टॉपिक है, तुहाडे लिए भी नवा टॉपिक है। आई थिंक तुसीं पहली बार इस टॉपिक नूं पढ़ रहे हो। इस बारे डिस्कशन अज आपां करांगे। जिस तरह असीं जदों जटिलिटी कंसैप्ट कीता ते उत्थे असीं कीता कि जिहड़ी जटिलिटी आ वो ते दो प्रकार दी हुंदी आ। एक हुंदी है, वैसे उत्थे बेसिकली आपां तीन कीतियां सी डिस्कशनस। एक हुंदी है कार्डिनल मेजरमेंट ऑफ जटिलिटी, जिहड़ी आपां जिहदे बेस दे उत्ते आपां एक लॉ कीता सी लॉ ऑफ डिमिनिशिंग मार्जिनल जटिलिटी, ते दूसरा लॉ आपां कीता सी लॉ ऑफ इक्वी मार्जिनल जटिलिटी। और ये जिहड़ी कार्डिनल जटिलिटी एनालिसिस सी सानूं मार्शल ने दिता सी, और ਉਹਦੇ अकॉर्डिंग ਇਹਦੇ अकॉर्डिंग ਮਾਰਸ਼ਲ ਕੀ ਕਹਿੰਦਾ ਸੀਗਾ ਕਿ ਜਿਹੜੀ ਜਟਿਲਿਟੀ ਹੈ ਉਸਨੂੰ ਕਾਊਂਟ ਕੀਤਾ ਜਾ ਸਕਦਾ, ਉਹ ਜਟਿਲਿਟੀ ਨੂੰ ਗਿਣਿਆ ਜਾ ਸਕਦਾ। ਜਟਿਲਿਟੀ ਕੀ ਹੁੰਦੀ ਹੈ? ਵਾਂਟ ਸੈਟੀਸਫਾਈਂਗ ਪਾਵਰ ਆਫ ਅ ਕਮੋਡਿਟੀ, ਕਿਸੇ ਪ੍ਰੋਡਕਟ ਦੀ ਤੁਹਾਡੀ ਲੋੜ ਨੂੰ ਸੈਟੀਸਫਾਈ ਕਰਨ ਦੀ ਜਿਹੜੀ ਪਾਵਰ ਆ ਉਹ ਕਹਿੰਦਾ ਉਹ ਜਟਿਲਿਟੀ ਹੁੰਦੀ ਆ, ਜਿਹਨੂੰ ਤੁਸ਼ਟੀਗੁਣ ਕਹਿੰਦੇ ਆ। ਔਰ ਮਾਰਸ਼ਲ ਕਹਿੰਦਾ ਸੀ ਕਿ ਜਟਿਲਿਟੀ ਨੂੰ ਕਾਊਂਟ ਕੀਤਾ ਜਾ ਸਕਦਾ, ਗਿਣਿਆ ਜਾ ਸਕਦਾ, ਉਹਦੀ ਗਣਨਾ ਵਾਚਕ ਜਿਹੜੀ ਉਹ ਪੋਸੀਬਲ ਆ, ਮਾਪ ਪੋਸੀਬਲ ਆ, ਇਸ ਲਈ ਉਸਨੇ ਉਸਨੂੰ ਕਾਰਡੀਨਲ ਜਟਿਲਿਟੀ ਕਿਹਾ ਸੀਗਾ। ਪਰ ਕੁਝ ਇੱਕ ਇਕੋਨੋਮਿਸਟ ਮੰਨਦੇ ਆ ਕਿ ਜਟਿਲਿਟੀ ਨੂੰ ਗਿਣਿਆ ਨਹੀਂ ਜਾ ਸਕਦਾ। ਔਰ ਜਦੋਂ ਇਹ ਕਹਿੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਕਿੱਦਾਂ ਕਹੋਗੇ ਕਿ ਤੁਸੀਂ ਜਦੋਂ ਇੱਕ ਕੱਪ ਕੌਫੀ ਜਿਹੜਾ ਕੰਜ਼ਿਊਮ ਕੀਤਾ ਅਤੇ ਤੁਹਾਨੂੰ 10 ਜਟਿਲਿਟੀ ਮਿਲੀ, ਜਾਂ ਜਦੋਂ ਤੁਸੀਂ ਇੱਕ ਐਪਲ ਕੰਜ਼ਿਊਮ ਕੀਤਾ ਤੁਹਾਨੂੰ 20 ਜਟਿਲਿਟੀ ਮਿਲੀ, ਜਾਂ ਤੁਸੀਂ ਕੋਈ ਪਾਰਟੀਕੂਲਰ ਕਮੋਡਿਟੀ ਯੂਜ਼ ਕੀਤੀ ਤੁਹਾਨੂੰ ਇਹਦੇ ਤੋਂ ਇੰਨੀ ਜਟਿਲਿਟੀ ਮਿਲੀ, ਤੁਸੀਂ ਨਹੀਂ ਕਹਿ ਸਕਦੇ। ਔਰ ਲੱਗਦਾ ਵੀ ਆ ਕਿ ਆਪਾਂ ਇਹ ਨਹੀਂ ਕਹਿ ਸਕਦੇ। ਇਸ ਲਈ ਉਹਦੀ ਜਗ੍ਹਾ 'ਤੇ ਇੱਕ ਹੋਰ ਮਾਪ ਆ ਜਿਹੜਾ ਜਟਿਲਿਟੀ ਦਾ ਆਉਂਦਾ, ਉਹਨੂੰ ਕਹਿੰਦੇ ਆ ਆਰਡੀਨਲ ਮੇਜ਼ਰਮੈਂਟ। ਆਰਡੀਨਲ ਮੇਜ਼ਰਮੈਂਟ ਮੀਨਸ ਤਰਤੀਬਵਾਰ ਮਾਪ। ਮੀਨਸ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਇੱਕ ਜਟਿਲਿਟੀ, ਇੱਕ ਪ੍ਰੋਡਕਟ ਇਕੱਲਾ ਕੰਜ਼ਿਊਮ ਕੀਤਾ ਉਹਦੇ ਤੋਂ ਮੈਨੂੰ ਜ਼ਿਆਦਾ ਜਿਹੜੀ ਸੰਤੁਸ਼ਟੀ ਮਿਲੀ ਸੀ, ਦੂਜੇ ਤੋਂ ਮੈਨੂੰ ਥੋੜ੍ਹੀ ਘੱਟ ਮਿਲੀ ਆ, ਤੀਸਰੇ ਤੋਂ ਹੋਰ ਥੋੜ੍ਹੀ ਘੱਟ ਮਿਲੀ ਆ, ਜਾਂ ਮੈਨੂੰ ਕਿਹਦੇ ਤੋਂ ਜ਼ਿਆਦਾ ਜਟਿਲਿਟੀ ਮਿਲੀ ਆ, ਕਿਹਦੇ ਤੋਂ ਘੱਟ ਜਟਿਲਿਟੀ ਮਿਲੀ, ਇੱਦਾਂ ਤਾਂ ਕੰਪੈਰੀਜ਼ਨ ਕਰ ਸਕਦੇ ਹੋ। ਮਤਲਬ ਇੱਦਾਂ ਕਹਿਣਾ ਕਿ ਮੈਨੂੰ 1 ਤੋਂ 10 ਮਿਲੀ, 1 ਤੋਂ 8 ਮਿਲੀ, ਇਹ ਸ਼ਾਇਦ ਪੋਸੀਬਲ ਨਹੀਂ ਆ। ਕਾਰਡੀਨਲ ਮੇਜਰਮੈਂਟ ਪੋਸੀਬਲ ਨਹੀਂ ਆ, ਪਰ ਇਕੋਨਮਿਸਟਸ ਦਾ ਮੰਨਣਾ ਕਿ ਆਰਡੀਨਲ ਮੇਜ਼ਰਮੈਂਟ ਆ ਜਿਹੜੀ ਉਹ ਪੋਸੀਬਲ ਹੈਗੀ ਆ। ਪ੍ਰੈਫਰੈਂਸਿਸ ਤੁਸੀਂ ਦੇ ਸਕਦੇ ਹੋ ਕਿ ਮੈਨੂੰ ਸਭ ਤੋਂ ਜ਼ਿਆਦਾ ਜਟਿਲਿਟੀ ਕਿੱਥੋਂ ਮਿਲੀ ਹੈ। ਔਰ ਇਹ ਜਿਹੜੀ ਕਾਰਡੀਨਲ ਮੇਜਰਮੈਂਟ ਦੀ ਧਾਰਨਾ ਆ, ਇਹਦੇ ਦੁਆਰਾ ਜਿਹੜਾ ਇੰਡੀਫਰੈਂਸ ਕਰਵ ਐਨਾਲਿਸਿਸ ਜਿਹੜਾ ਅਸੀਂ ਅੱਜ ਟੌਪਿਕ ਕਰਨ ਜਾ ਰਹੇ ਹਾਂ, ਇੰਡੀਫਰੈਂਸ ਕਰਵ, ਉਹ ਦਿੱਤਾ ਗਿਆ ਉਹਦੇ ਬੇਸ ਦੇ ਉੱਤੇ। ਜਿਸ ਤਰ੍ਹਾਂ ਕਾਰਡੀਨਲ ਮੇਜਰਮੈਂਟ ਸੀ ਜਿਹੜੀ ਗਣਨਾਵਾਚਕ ਮਾਪ ਸੀ ਤੁਸ਼ਟੀਕੋਣ ਦਾ, ਉਹਦੇ ਬੇਸ 'ਤੇ ਤੁਹਾਨੂੰ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਲਾਅ ਆਫ ਡਿਮਿਨਿਸ਼ਿੰਗ ਮਾਰਜਨਲ ਜਟਿਲਿਟੀ ਘਟਦੇ ਸਮਾਤ ਤੁਸ਼ਟੀਕੋਣ ਦਾ ਨਿਯਮ, ਅਤੇ ਲਾਅ ਆਫ ਇਕੁਈ ਮਾਰਜਨਲ ਜਟਿਲਿਟੀ ਸਮ ਸਮਾਤ ਤੁਸ਼ਟੀਕੋਣ ਦਾ ਨਿਯਮ ਸੀਗੇ। ਅੱਜ ਇੰਡੀਫਰੈਂਸ ਕਰਵ ਐਨਾਲਿਸਿਸ ਕਰਨਾ। ਇਹ ਇੰਡੀਫਰੈਂਸ ਕਰਵ ਐਨਾਲਿਸਿਸ ਹੈ ਜਿਹੜਾ ਆਰਡੀਨਲ ਮੇਜ਼ਰਮੈਂਟ 'ਤੇ ਆਧਾਰਿਤ ਆ। ਔਰ ਜਿਹੜਾ ਇੰਡੀਫਰੈਂਸ ਕਰਵ ਦਾ ਇਹ ਕੰਸੈਪਟ ਹੈਗਾ ਸਾਨੂੰ ਅਜਵਰਥ, EDGEWORTH, ਅਜਵਰਥ ਨਾਂ ਦੇ ਇਕੋਨਮਿਸਟ ਆ, ਉਹਨਾਂ ਨੇ ਦਿੱਤਾ ਸੀ ਸਭ ਤੋਂ ਪਹਿਲਾਂ 1881 ਦੇ ਵਿੱਚ। ਇਹਨਾਂ ਦੀ ਬੁੱਕ ਆਈ ਸੀ ਮੈਥਮੈਟੀਕਲ ਫਿਜ਼ਿਕਸ, ਇਹਦੇ ਵਿੱਚ ਇਹਨਾਂ ਨੇ ਦਿੱਤਾ। ਉਸ ਤੋਂ ਬਾਅਦ ਪੈਰੇਟੋ ਇਕੋਨਮਿਸਟ ਆਏ ਆ, PARETO, ਪੈਰੇਟੋ। ਔਰ ਪੈਰੇਟੋ ਨੇ 1906 ਦੇ ਵਿੱਚ ਇਹਦੀ ਵਿਆਖਿਆ ਕੀਤੀ, ਇਹਨੂੰ ਐਕਸਪਲੇਨ ਕੀਤਾ। ਉਸ ਤੋਂ ਬਾਅਦ WE ਜੌਨਸਨ ਨੇ 1913 ਦੇ ਵਿੱਚ ਇਸ ਨੂੰ ਐਕਸਪਲੇਨ ਕੀਤਾ ਸੀ। ਉਸ ਤੋਂ ਬਾਅਦ ਇੱਕ ਅਰਥਸ਼ਾਸਤਰੀ ਸੀ ਸਲਟਸਕੀ, ਉਸਨੇ 1915 ਦੇ ਵਿੱਚ ਕੀਤਾ ਸੀ। 1934 ਤੋਂ ਬਾਅਦ ਇੰਡੀਫਰੈਂਸ ਕਰਵ ਬਹੁਤ ਜ਼ਿਆਦਾ ਫੇਮਸ ਹੋਈ ਆ। ਔਰ ਇਹਦਾ ਜਿਹੜਾ ਸਾਰਾ ਸ਼੍ਰੇਅ ਆ, ਇਹਨੂੰ ਫੇਮਸ ਕਰਨ ਦਾ ਜਿਹੜਾ ਸਾਰਾ ਤਰੀਕਾ ਸ਼੍ਰੇਅ ਆ ਉਹ ਜਾਂਦਾ ਹੈਗਾ ਹਿਕਸ ਅਤੇ ਐਲਨ ਨੂੰ। ਔਰ ਹਿਕਸ ਅਤੇ ਐਲਨ ਨੇ ਵੀ ਇੰਡੀਫਰੈਂਸ ਕਰਵ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਗਏ ਆ, ਬਹੁਤ ਜ਼ਿਆਦਾ ਪ੍ਰਮੋਟ ਕੀਤਾ ਹੈ। ਹੁਣ ਵਟ ਇਜ਼ ਇੰਡੀਫਰੈਂਸ ਕਰਵ? ਸਭ ਤੋਂ ਪਹਿਲਾਂ ਹੁਣ ਅਸੀਂ ਇੰਡੀਫਰੈਂਸ ਕਰਵ 'ਤੇ ਜਾਂਦੇ ਹਾਂ। ਜਦੋਂ ਅਸੀਂ ਕੋਈ ਪ੍ਰੋਡਕਟ ਕੰਜ਼ਿਊਮ ਕਰਦੇ ਹਾਂ, ਮੰਨ ਲਓ ਅਸੀਂ 2 ਪ੍ਰੋਡਕਟ ਕੰਜ਼ਿਊਮ ਕਰਦੇ ਪਏ ਹਾਂ, ਇੰਡੀਫਰੈਂਸ ਕਰਵ ਹੁੰਦੀ ਹੈ, ਇੱਕ ਕਰਵ ਹੁੰਦੀ ਹੈ, ਇੱਕ ਵਕਰ ਹੁੰਦੀ, ਜਿਹਨੂੰ ਤੁਸੀਂ ਕਰਵ ਹੀ ਕਹੋ, ਇੱਥੇ ਵਕਰ ਤਾਂ ਬਹੁਤ ਟਿਪੀਕਲ ਵਰਡ ਹੈ, ਕਰਵ ਕਹੋ। ਅਤੇ ਜਿਹੜੀ ਕਰਵ ਹੁੰਦੀ ਆ ਇੱਕ, ਉਹ ਦੋ ਪ੍ਰੋਡਕਟਸ ਦੇ ਉਹਨਾਂ ਕੰਬੀਨੇਸ਼ਨਸ ਨੂੰ ਸ਼ੋ ਕਰਦੀ ਆ। ਜਿਹੜਾ ਮਰਜ਼ੀ ਕੰਬੀਨੇਸ਼ਨ ਤੁਸੀਂ ਲੈ ਲਓ, ਤੁਹਾਨੂੰ ਹਰੇਕ ਤੋਂ ਇਕੁਅਲ ਸੈਟਿਸਫੈਕਸ਼ਨ ਮਿਲੇਗੀ। ਜਿਹੜੀ ਯੂਟਿਲਿਟੀ ਤੁਹਾਨੂੰ ਮਿਲਣੀ ਹੈ ਦੋਨਾਂ ਤੋਂ, ਉਹ ਇਕੁਅਲ ਮਿਲਣੀ ਹੈ। ਇਸ ਲਈ ਐਨ ਇੰਡੀਫਰੈਂਸ ਕਰਵ ਇਜ਼ ਦ ਕਰਵ ਵਿਚ ਸ਼ੋਜ਼ ਡਿਫਰੈਂਟ ਕੰਬੀਨੇਸ਼ਨਸ ਆਫ 2 ਕਮੋਡਿਟੀਜ਼, 2 ਚੀਜ਼ਾਂ ਦੇ ਉਹ ਅਲੱਗ-ਅਲੱਗ ਕੰਬੀਨੇਸ਼ਨਸ ਸ਼ੋ ਕਰੇਗੀ। ਇੰਡੀਫਰੈਂਸ ਕਰਵ ਵਿਚ ਯੀਲਡ ਇਕੁਅਲ ਸੈਟਿਸਫੈਕਸ਼ਨ ਟੂ ਕੰਜ਼ਿਊਮਰ ਨੂੰ ਦੋਨਾਂ ਤੋਂ ਇਕੁਅਲ ਸੈਟਿਸਫੈਕਸ਼ਨ ਆ ਜਿਹੜੀ ਮਿਲੇਗੀ। ਔਰ ਇੰਡੀਫਰੈਂਸ ਕਰਵ ਨੂੰ ਅਸੀਂ IC ਕਹਿ ਦਿੰਦੇ ਹਾਂ, IC ਕਰਵ ਕਹਿ ਦਿੰਦੇ ਹਾਂ ਅਸੀਂ ਕਈ ਵਾਰ। ਇੰਡੀਫਰੈਂਸ ਕਰਵ ਨੂੰ IC ਕਰਵ ਵੀ ਲਿਖ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਇਹਦੀਆਂ ਬਹੁਤ ਸਾਰੀਆਂ ਡੈਫੀਨੇਸ਼ਨਸ ਵੀ ਹੈਗੀਆਂ। ਪ੍ਰੋਫੈਸਰ ਲੈਫਟਵਿਚ ਨੇ ਵੀ ਕਿਹਾ ਸੀਗਾ ਕਿ ਇਹਨੂੰ ਪੰਜਾਬੀ 'ਚ ਵੈਸੇ ਉਦਾਸੀਨ ਵਕਰ ਕਹਿੰਦੇ ਆ, ਪਰ ਅਸੀਂ ਉਦਾਸੀਨ ਵਕਰ ਵਰਡ ਕਿਤੇ ਵੀ ਯੂਜ਼ ਨਹੀਂ ਕਰਨਾ। ਹੁਣ ਅਸੀਂ ਇਸ ਨੂੰ ਇੰਡੀਫਰੈਂਸ ਕਰਵ ਕਰਕੇ ਹੀ ਯੂਜ਼ ਕਰਾਂਗੇ, ਗੱਲ ਕਰਾਂਗੇ ਇਹਦੀ ਕਿ ਸਿੰਗਲ ਇੰਡੀਫਰੈਂਸ ਕਰਵ ਸ਼ੋਜ਼ ਦੀ डिफरेंट कंबीनेशनस ऑफ X एंड Y। X एंड Y 2 कमोडिटीज़ है, एक कमोडिटी X आ, एक कमोडिटी Y आ।
एक कमोडिटी एक्स आ, एक कमोडिटी वाई आ, ये दोनों के वो ਕੰਬੀਨੇਸ਼ਨਸ शो करेगी इंडिफरेंस करव दैट यील्ड इक्वल सैटिस्फैक्शन टू कंज्यूमर, जिन्हां तो कंज्यूमर नूं इक्वल सैटिस्फैक्शन होएगी। ये किद्दां होएगी, मैं तुहानूं एक इंडिफरेंस करव शेड्यूल हुंदा आ उहदे थ्रू समझाਉਂਦੀ ਹਾਂ। सब तो पहला तो ये देखो भी इंडिफरेंस करव शेड्यूल की हुंदा आ। इंडिफरेंस करव शेड्यूल जिहड़ा हुंदा आ वो दो प्रोडक्ट्स, मतलब एक प्रोडक्ट एक्स आ, एक प्रोडक्ट वाई आ, चाहे दोनों जिद्दां हुण असीं आ जिहड़ा टेबल है इहदे विच एप्पल एंड ऑरेंज लिया होया ये लै लो, जां प्रोडक्ट एक्स ते प्रोडक्ट वाई कह लो। ਇਹ ਇਹਨਾਂ ਦੋ ਪ੍ਰੋਡਕਟਸ ਦੇ ਉਹ ਕੰਬੀਨੇਸ਼ਨਸ ਨੂੰ ਸ਼ੋ ਕਰਦਾ ਪਿਆ ਇੰਡੀਫਰੈਂਸ ਸ਼ਡਿਊਲ ਜਿਹੜਾ ਕਿ ਜਿਨ੍ਹਾਂ ਤੋਂ ਕੰਜ਼ਿਊਮਰ ਨੂੰ ਇਕੁਅਲ ਸੈਟਿਸਫੈਕਸ਼ਨ ਮਿਲੂਗੀ। ਮੰਨ ਲਓ ਕੰਜ਼ਿਊਮਰ ਦੇ ਕੋਲ ਜਿਹੜਾ ਟੋਟਲ ਜਿੰਨੀ ਵੀ ਉਹਦੀ ਇਨਕਮ ਹੈਗੀ ਆ, ਮੰਨ ਲਓ ਜਿੰਨੀ ਵੀ ਉਹਦੀ ਇਨਕਮ ਹੈਗੀ ਆ ਉਹਦੇ ਤੋਂ ਉਹ ਜੋ ਲੈ ਸਕਦਾ, ਮਤਲਬ ਜੋ ਕੰਬੀਨੇਸ਼ਨਸ ਉਹ ਖਰੀਦ ਸਕਦਾ। ਆਹ ਕੰਬੀਨੇਸ਼ਨਸ ਆ 4 A B C ਐਂਡ D। ਇਹ ਕੰਬੀਨੇਸ਼ਨ ਦੇਖੋ ਸੰਯੋਗ ਵਰਡ ਲਿਖਿਆ ਹੋਇਆ। ਸੰਯੋਗ ਕੀ ਹੁੰਦਾ? ਕੰਬੀਨੇਸ਼ਨ। संयोग की इंग्लिश है कंबीनेशन, इसलिए तुसीं इहनूं अगे तो कंबीनेशन ही कहो। संयोग बहुत टिपिकल वर्ड है। उस तो बाद एप्पल हुण एक इहदा जिहड़ा की है कि वो 1 एप्पल लै लै 10 ऑरेंज लै लै, जां फिर 2 एप्पल लै लै, एक एप्पल होर लैण दे लई उहनूं 3 ऑरेंज इत्थे छड्डणे पैणगे, जां फिर इत्थे 3 एप्पल लै लै ते इहनूं एक एप्पल होर लैण दे लई 2 ऑरेंज जिहड़े वो छड्डणे पैणगे, जां 4 एप्पल लै लै ते 4 एप्पल मतलब 3 तो 4 तक जाण लई एक एप्पल होर इनक्रीज़ जो करदा उहनूं एक ऑरेंज होर छड्डਣਾ पएगा। मीनस ये कंबीनेशन वो लिख सकता 1 10 2 7 3 5 4 4 मीनस 1 एप्पल 10 ऑरेंज, 2 एप्पल 7 ऑरेंज, 3 एप्पल 5 ऑरेंज ਜਾਂ 4 एप्पल एंड 4 ऑरेंज। ये 4 ਕੰਬੀਨੇਸ਼ਨ एक ਜਿਹੜਾ ਕੰਜ਼ਿਊਮਰ ਲੈ ਸਕਦਾ। ਇਹਦੇ ਵਿੱਚ ਜਿਹੜਾ ਮਰਜ਼ੀ ਕੰਬੀਨੇਸ਼ਨ ਲਵੇ, 1 10 ਵਾਲਾ ਲੈ ਲੈ, 2 7 ਵਾਲਾ ਲੈ ਲੈ, 3 5 ਵਾਲਾ ਲੈ ਲੈ ਜਾਂ 4 4 ਵਾਲਾ ਲੈ ਲੈ। ਉਹਨੂੰ ਜਿਹੜੀ ਉਹਦੇ ਤੋਂ ਸੈਟਿਸਫੈਕਸ਼ਨ ਮਿਲੇਗੀ ਉਹ ਸੇਮ ਹੋਏਗੀ, ਉਹਨੂੰ ਉਹਦੇ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਹੋਏਗੀ। ਇਹ ਇੰਡੀਫਰੈਂਸ ਕਰਵ ਇਹ ਜਦੋਂ ਹੁਣ ਟੇਬਲ ਨੂੰ ਤੁਸੀਂ ਇੱਕ ਡਾਇਗਰਾਮ ਦੇ ਥਰੂ ਇੱਕ ਕਰਵ ਦੇ ਥਰੂ ਸ਼ੋ ਕਰ ਦੋਗੇ ਨਾ ਤਾਂ ਉਹ ਇੰਡੀਫਰੈਂਸ ਕਰਵ ਹੋਏਗੀ। ਦੇਖੋ ਉਹ ਐਕਸ ਦੇ ਉੱਤੇ ਆਪਾਂ ਐਪਲ ਲਏ ਆ, ਉਹ ਵਾਈ 'ਤੇ ਆਪਾਂ ਔਰੇਂਜ ਲਏ ਆ। ਹੁਣ ਦੇਖੋ ਕੀ ਸੀ ਕੰਬੀਨੇਸ਼ਨ 1 10, ਜਾਂ ਤਾਂ ਉਹ 1 ਐਪਲ ਲਵੇ 10 ਔਰੇਂਜ ਲਵੇ, ਜਾਂ ਫਿਰ ਉਹ 2 ਐਪਲ ਲਵੇ ਅਤੇ 7 ਔਰੇਂਜ ਲਵੇ, ਜਾਂ ਫਿਰ ਉਹ 3 ਐਪਲ ਲਵੇ ਅਤੇ 5 ਔਰੇਂਜ ਲਵੇ, ਜਾਂ ਫਿਰ ਉਹ 4 ਐਪਲ ਲਵੇ ਅਤੇ 4 ਔਰੇਂਜ ਲਵੇ। ਦੇਖੋ 1 10 2 7 3 5 4 4। ਹੁਣ ਕੰਬੀਨੇਸ਼ਨ ਕਿੰਨੇ ਆ ਗਏ? ਇੱਕ A ਕੰਬੀਨੇਸ਼ਨ ਆ, ਇੱਕ B ਕੰਬੀਨੇਸ਼ਨ ਆ, ਇੱਕ C ਕੰਬੀਨੇਸ਼ਨ ਆ, ਇੱਕ D ਕੰਬੀਨੇਸ਼ਨ ਆ। ਇੱਥੇ ਇਹ ਮੰਨਿਆ ਜਾਂਦਾ ਇਹ ਜਿਹੜੀ ਕਰਵ ਆ, ਇਹ ਜਿਹੜੀ ਪੁਆਇੰਟਸ ਨੂੰ ਅਟੈਚ ਕੀਤਾ, ਫਿਰ ਇਹ ਜਿਹੜੀ ਕਰਵ ਬਣਦੀ ਆ ਤੁਹਾਡੀ, ਇਹ ਜਿਹੜੀ ਕਰਵ ਤੁਹਾਡੀ ਆ ਬਣ ਗਈ ਆ ਆਹ ਵਾਲੀ ਕਰਵ, ਇਹਨੂੰ ਤੁਸੀਂ ਕੀ ਕਹਿੰਦੇ ਹੋ? ਇੰਡੀਫਰੈਂਸ ਕਰਵ। ਆਹ ਐਕਸ ਐਕਸਿਸ ਆ ਤੁਹਾਡਾ, ਆਹ ਵਾਈ ਐਕਸਿਸ ਆ, ਇਹਨੂੰ ਤੁਸੀਂ ਕਹਿੰਦੇ ਹੋ ਇੰਡੀਫਰੈਂਸ ਕਰਵ, IC ਕਰਵ ਨਾ। ਹੁਣ ਇਹ ਇੰਡੀਫਰੈਂਸ ਕਰਵ ਕੀ ਸ਼ੋ ਕਰਦੀ ਹੈ ਕਿ ਕੰਜ਼ਿਊਮਰ ਚਾਹੇ ਕੰਬੀਨੇਸ਼ਨ A ਲਵੇ 1 10 ਵਾਲਾ, ਚਾਹੇ B ਲਵੇ 2 7 ਵਾਲਾ, ਚਾਹੇ C ਲਵੇ 3 5 ਵਾਲਾ, ਚਾਹੇ 4 ਲਵੇ 4 4 ਵਾਲਾ, ਕੰਜ਼ਿਊਮਰ ਨੂੰ ਜਿਹੜੀ ਸੈਟਿਸਫੈਕਸ਼ਨ ਮਿਲੂਗੀ ਨਾ ਉਹਦੇ ਤੋਂ ਉਹ ਸੇਮ ਹੋਏਗੀ। ਇਸ ਤਰ੍ਹਾਂ ਨਹੀਂ ਹੋਏਗੀ ਕਿ ਉਹਨੇ ਆਹ ਪ੍ਰੋਡਕਟ ਘੱਟ ਲੈ ਲਿਆ, ਐਪਲ ਘੱਟ ਲੈ ਲਿਆ ਜਾਂ ਔਰੇਂਜ ਘੱਟ ਲੈ ਲਿਆ ਅਤੇ ਉਹਦੀ ਸੈਟਿਸਫੈਕਸ਼ਨ 'ਤੇ ਫ਼ਰਕ ਪੈ ਜਾਏਗਾ। ਉਹਦੀ ਸੈਟਿਸਫੈਕਸ਼ਨ 'ਤੇ ਫ਼ਰਕ ਨਹੀਂ ਪਏਗਾ, ਉਹਦੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਰਹੇਗੀ। ਠੀਕ ਹੈ। ਇੰਡੀਫਰੈਂਸ ਕਰਵ ਕੀ ਸ਼ੋ ਕਰਦੀ ਆ? ਦੋ ਪ੍ਰੋਡਕਟਸ ਦੇ, ਦੋ ਕਮੋਡਿਟੀਜ਼ ਦੇ ਉਹ ਕੰਬੀਨੇਸ਼ਨਸ ਜਿਨ੍ਹਾਂ ਦੇ ਵਿੱਚੋਂ ਕੰਜ਼ਿਊਮਰ ਜਿਹੜਾ ਮਰਜ਼ੀ ਲੈ ਲੈ ਉਹਨੂੰ ਉੱਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਰਹੇਗੀ। ਨੈਕਸਟ ਹੈਗਾ ਇੰਡੀਫਰੈਂਸ ਮੈਪ। ਦੇਖੋ ਜਦੋਂ ਮੈਪ ਸਿੰਪਲ ਜਿਹੇ ਅੱਖਰਾਂ 'ਚ ਮੈਂ ਦੱਸਦੀ ਹਾਂ, ਅਦਰਵਾਈਜ਼ ਮੈਂ ਤੁਹਾਨੂੰ ਸਟੱਡੀ ਮਟੀਰੀਅਲ ਸੈਂਡ ਕੀਤਾ ਹੋਇਆ, ਤੁਸੀਂ ਉੱਥੋਂ ਦੇਖ ਲਈਓ। ਇੰਡੀਫਰੈਂਸ ਮੈਪ ਆ ਜਿਹੜਾ ਉਹ ਕੀ ਹੁੰਦਾ ਅਸਲ ਦੇ ਵਿੱਚ? ਇੰਡੀਫਰੈਂਸ ਮੈਪ ਹੁੰਦਾ ਅਸਲ ਦੇ ਵਿੱਚ ਜਿਹੜਾ ਕਾਫੀ ਸਾਰੇ ਇੰਡੀਫਰੈਂਸ ਕਰਵ ਇਕੱਠੇ ਸ਼ੋ ਕਰ ਦਿੰਦੇ ਆ। ਜਦੋਂ ਅਸੀਂ ਮੋਰ ਦੈਨ 1 ਮਤਲਬ ਮੋਰ ਦੈਨ 1 ਇੰਡੀਫਰੈਂਸ ਕਰਵਜ਼ ਇੱਕ ਡਾਇਗਰਾਮ ਦੇ ਵਿੱਚ ਸ਼ੋ ਕਰ ਦਿੰਦੇ ਆ ਨਾ, ਤਾਂ ਉਸਨੂੰ ਇੰਡੀਫਰੈਂਸ ਕਰਵ ਕਿਹਾ ਜਾਏਗਾ। ਮੀਨਸ ਇੱਕ ਤੋਂ ਜ਼ਿਆਦਾ ਜਦੋਂ ਇੰਡੀਫਰੈਂਸ ਕਰਵ ਇਕੱਠੀਆਂ ਆ ਜਾਣਗੀਆਂ ਉਸਨੂੰ ਇੰਡੀਫਰੈਂਸ ਮੈਪ ਕਿਹਾ ਜਾਏਗਾ। ਜਿੱਦਾਂ ਇੱਥੇ 1 2 ਐਂਡ 3 ਐਂਡ 4 4 ਇੰਡੀਫਰੈਂਸ ਕਰਵਜ਼ ਜਿਹੜੀਆਂ ਇੱਥੇ ਦਿਖਾਈਆਂ ਹੋਈਆਂ, ਇਸ ਨੂੰ ਤੁਸੀਂ ਇੰਡੀਫਰੈਂਸ ਮੈਪ ਕਹਿੰਦੇ ਹੋ। ਜਦੋਂ ਇੱਕ ਤੋਂ ਜ਼ਿਆਦਾ ਇੰਡੀਫਰੈਂਸ ਕਰਵਜ਼ ਹੋਣਗੀਆਂ ਅਤੇ ਉਹ ਇੰਡੀਫਰੈਂਸ ਮੈਪ ਹੁੰਦਾ ਹੈ। ਔਰ ਇੰਡੀਫਰੈਂਸ ਮੈਪ ਦੇ ਵਿੱਚ ਇਹ ਗੱਲ ਇਹਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ, ਇੰਡੀਫਰੈਂਸ ਮੈਪ ਇਜ਼ ਅ ਗ੍ਰਾਫ। ਇੱਕ ਗ੍ਰਾਫ ਹੁੰਦਾ ਆ ਵਿਚ ਰੀਪ੍ਰਜੈਂਟਸ ਅ ਗਰੁੱਪ ਆਫ ਡਿਫਰੈਂਟ ਇੰਡੀਫਰੈਂਸ ਕਰਵਜ਼। ਔਰ ਇਹ ਅਲੱਗ ਅਲੱਗ ਇੰਡੀਫਰੈਂਸ ਕਰਵਜ਼ ਨੂੰ ਸ਼ੋ ਕਰਦਾ ਪਿਆ ਵਿਚ ਐਕਸਪ੍ਰੈਸਿਜ਼ ਅ ਗਿਵਨ ਲੈਵਲ ਆਫ ਸੈਟਿਸਫੈਕਸ਼ਨ। ਇਹ ਕੰਜ਼ਿਊਮਰ ਦਾ ਗਿਵਨ ਲੈਵਲ ਆਫ ਸੈਟਿਸਫੈਕਸ਼ਨ ਸ਼ੋ ਕਰਦੀਆਂ ਪਈਆਂ। ਦੇਖੋ ਹੁਣ ਕੰਜ਼ਿਊਮਰ ਇਹਦੇ ਵਿੱਚੋਂ ਦੇਖੋ ਹੁਣ ਪਹਿਲਾਂ IC1 ਇਜ਼ ਅ 1 ਇੰਡੀਫਰੈਂਸ ਕਰਵ, IC2 ਸੈਕੰਡ ਇੰਡੀਫਰੈਂਸ ਕਰਵ, IC3 ਥਰਡ ਇੰਡੀਫਰੈਂਸ ਕਰਵ, IC4 ਫੋਰਥ ਇੰਡੀਫਰੈਂਸ ਕਰਵ। ਹੁਣ ਦੇਖੋ IC1 ਇੰਡੀਫਰੈਂਸ ਕਰਵ 1 ਦੇ ਉੱਤੇ ਉਹ ਜਿਹੜਾ ਮਰਜ਼ੀ ਕੰਬੀਨੇਸ਼ਨ ਲੈ ਲੈਂਦਾ ਉਹਨੂੰ ਇਕੁਅਲ ਸੈਟਿਸਫੈਕਸ਼ਨ ਮਿਲਣੀ ਸੀ। ਇੰਡੀਫਰੈਂਸ ਕਰਵ 2 'ਤੇ ਵੀ ਉਹ ਜਿਹੜਾ ਮਰਜ਼ੀ ਕੰਬੀਨੇਸ਼ਨ ਲੈ ਲੈ ਉਹਨੂੰ ਇਕੁਅਲ ਸੈਟਿਸਫੈਕਸ਼ਨ ਹੋਏਗੀ। IC3 'ਤੇ ਵੀ ਜਿਹੜਾ ਮਰਜ਼ੀ ਚੂਜ਼ ਕਰ ਲੈ ਸੇਮ ਸੈਟਿਸਫੈਕਸ਼ਨ।
IC4 ਤੇ ਵੀ ਜਿਹੜਾ ਮਰਜ਼ੀ ਕੰਬੀਨੇਸ਼ਨ ਲੈ ਲੈ ਸੇਮ ਸੈਟਿਸਫੈਕਸ਼ਨ। ਹੁਣ ਦੇਖੋ ਪਰ ਪੁਆਇੰਟ ਕੰਬੀਨੇਸ਼ਨ ਵੈਸੇ ਤਾਂ ਕਿੰਨੇ ਵੀ ਹੋ ਸਕਦੇ, ਪਰ ਇੱਥੇ ਥੋੜ੍ਹੇ ਦਿਖਾਏ ਗਏ ਆ ਆਪਣੀ ਹੈਲਪ ਦੇ ਲਈ। ਇਹ ਕੰਬੀਨੇਸ਼ਨ ਦਿਖਾਇਆ ਗਿਆ ਡੀ ਦੇ ਉੱਤੇ ਉਹ 4 ਐਪਲਸ ਐਂਡ 4 ਜਿਹੜੇ ਔਰੇਂਜ ਉਹ ਲਾਏਗਾ, ਮੰਨ ਕੇ ਚੱਲਦੇ ਪਏ ਆ। ਔਰ ਉਹ ਜਦੋਂ ਡੀ ਕੰਬੀਨੇਸ਼ਨ 'ਤੇ ਆ ਉਹ ਕਿਹੜੀ ਇੰਡੀਫਰੈਂਸ ਕਰਵ 'ਤੇ ਆ, IC2 ਦੇ ਉੱਤੇ ਆ। ਡੀ ਕੰਬੀਨੇਸ਼ਨ ਉਹਦਾ ਜਿਹੜਾ ਆ ਉਹ IC2 ਦੇ ਉੱਤੇ ਆ। ਅੱਛਾ, ਫਿਰ ਜੀ ਕੰਬੀਨੇਸ਼ਨ 'ਤੇ ਜਾਓ, ਉਹਦੇ ਵਿੱਚ ਉਹ 6 ਐਪਲ ਲੈਂਦਾ ਪਿਆ ਅਤੇ 4 ਜਿਹੜੇ ਆ ਉਹ ਔਰੇਂਜ ਲੈਂਦਾ ਪਿਆ। ਔਰ ਇਹ ਕੰਬੀਨੇਸ਼ਨ ਕਿਹੜੀ 'ਤੇ ਆ, C 'ਤੇ। ਜੀ ਕੰਬੀਨੇਸ਼ਨ ਆ ਜਿਹੜਾ ਉਹ C ਦੇ ਉੱਪਰ ਆ। ਫਿਰ ਇੱਕ ਐਫ ਆ, ਐਫ ਦੇ ਵਿੱਚ ਉਹ 4 ਲੈਂਦਾ ਪਿਆ ਐਪਲ ਐਂਡ 5 ਲੈਂਦਾ ਪਿਆ ਔਰੇਂਜ। ਇਹ ਕਿਹੜੀ ਕਰਵ 'ਤੇ ਆ, ਇਹ ਕਿਹੜੀ 'ਤੇ ਆ, ਇਹ ਜਿਹੜਾ ਐਫ ਆ ਇਹ ਕਿਹੜੀ 'ਤੇ ਆ, 3rd 'ਤੇ। ਇਹ ਵੀ 3rd 'ਤੇ ਆ, ਮਤਲਬ ਜੀ ਵੀ 3rd 'ਤੇ ਆ ਐਂਡ ਐਫ ਵੀ 3rd 'ਤੇ ਹੈ। ਜੀ ਐਂਡ ਐਫ ਦੋਨੋਂ ਕੰਬੀਨੇਸ਼ਨ 3rd 'ਤੇ ਆ। ਇਹਦਾ ਮਤਲਬ ਕੀ ਹੋਇਆ, ਜੀ ਅਤੇ ਐਫ ਦੇ ਵਿੱਚੋਂ ਚਾਹੇ ਜੀ ਨੂੰ ਚੂਜ਼ ਕਰ ਲੈ ਚਾਹੇ ਐਫ ਨੂੰ ਚੂਜ਼ ਕਰ ਲੈ, ਉਹਦਾ ਸੈਟਿਸਫੈਕਸ਼ਨ ਜਿਹੜਾ ਉਹਦੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਰਹੇਗੀ। ਦੇਖੋ ਮੈਂ ਦੁਬਾਰਾ ਸਮਝਾ ਦਿੰਦੀ ਹਾਂ। IC1 ਦੇ ਉੱਪਰ ਉਹਦਾ ਕੋਈ ਵੀ ਕੰਬੀਨੇਸ਼ਨ ਨਹੀਂ ਹੈ। IC2 ਦੇ ਉੱਤੇ ਉਹਦਾ ਇੱਕ ਕੰਬੀਨੇਸ਼ਨ ਆ ਡੀ। ਉਸ ਤੋਂ ਬਾਅਦ ਉਹ ਚਲਾ ਗਿਆ IC3 ਦੇ ਉੱਤੇ। IC3 ਦੇ ਉੱਤੇ 2 ਕੰਬੀਨੇਸ਼ਨ ਆ ਐਫ ਐਂਡ ਜੀ। ਹੁਣ ਐਫ ਐਂਡ ਜੀ ਇੱਕੋ ਹੀ ਡਿਫਰੈਂਸ ਕਰਵ 'ਤੇ ਆ। ਇਹਦੇ ਵਿੱਚੋਂ ਜਿਹੜਾ ਵੀ ਕੰਬੀਨੇਸ਼ਨ ਉਹ ਚੂਜ਼ ਕਰੇਗਾ ਉਹਨੂੰ ਉਹ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਸੈਟਿਸਫੈਕਸ਼ਨ ਆ ਉਹ ਸੇਮ ਹੋਏਗੀ। ਉਸ ਤੋਂ ਬਾਅਦ ਐਫ, ਉਸ ਤੋਂ ਬਾਅਦ ਈ ਹੈ ਜਿਹੜਾ ਨੈਕਸਟ IC4 'ਤੇ ਹੈ। ਹੁਣ ਇੱਥੇ ਇੱਕ ਗੱਲ ਯਾਦ ਰੱਖਿਓ ਕਿ ਇੰਡੀਫਰੈਂਸ ਕਰਵਸ ਦੇ ਵਿੱਚ ਸੇਮ ਇੰਡੀਫਰੈਂਸ ਕਰਵ ਦੇ ਉੱਪਰ ਅਲੱਗ-ਅਲੱਗ ਕੰਬੀਨੇਸ਼ਨਸ ਤੋਂ ਮਿਲਣ ਵਾਲੀ ਸੈਟਿਸਫੈਕਸ਼ਨ ਸੇਮ ਹੁੰਦੀ ਆ, ਪਰ ਜਿੰਨੀ ਇੰਡੀਫਰੈਂਸ ਕਰਵ ਉੱਪਰ ਹੋਏਗੀ ਉਨੀ ਸੈਟਿਸਫੈਕਸ਼ਨ ਜ਼ਿਆਦਾ ਹੋਏਗੀ। ਇਹਦਾ ਮਤਲਬ ਡੀ IC1 ਦੇ ਉੱਤੇ ਕੰਬੀਨੇਸ਼ਨ ਜਿਹੜਾ ਮਰਜ਼ੀ ਲੈ ਲਏ, ਪਰ IC2 ਦੇ ਉੱਤੇ ਜਿਹੜਾ ਮਰਜ਼ੀ ਕੰਬੀਨੇਸ਼ਨ ਲਏ ਉਹਦੇ ਤੋਂ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ IC1 ਵਾਲੇ ਕੰਬੀਨੇਸ਼ਨ ਤੋਂ ਜ਼ਿਆਦਾ ਹੋਏਗੀ। ਦੈਨ ਸੇਮ IC3 ਦੇ ਕੰਬੀਨੇਸ਼ਨ ਤੋਂ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ IC2 ਤੇ ਪ੍ਰਾਪਤ ਹੋਣ ਵਾਲੇ ਕੰਬੀਨੇਸ਼ਨਸ ਤੋਂ ਜ਼ਿਆਦਾ ਹੋਏਗੀ। ਦੈਨ ਸੇਮ IC4 ਤੇ ਪ੍ਰਾਪਤ ਹੋਣ ਵਾਲੇ ਕੰਬੀਨੇਸ਼ਨਸ ਤੋਂ ਜਿਹੜੀ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ ਆ ਉਹ IC3 ਤੇ ਪ੍ਰਾਪਤ ਹੋਣ ਵਾਲੇ ਕੰਬੀਨੇਸ਼ਨਸ ਤੋਂ ਜ਼ਿਆਦਾ ਹੋਏਗੀ। ਮੀਨਸ ਜਿਸ ਤਰ੍ਹਾਂ ਹੁਣ ਐਫ ਐਂਡ ਜੀ ਇਹ ਦੋਨੋਂ ਜਿਹੜੇ ਕੰਬੀਨੇਸ਼ਨ ਆ ਇਹ IC3 ਦੇ ਉੱਤੇ ਆ, ਦੋਨੋਂ IC3 ਤੇ ਆ। ਇਹਦੇ ਵਿੱਚੋਂ ਤਾਂ ਉਹ ਚਾਹੇ ਐਫ ਲੈ ਲੈ ਚਾਹੇ ਜੀ ਲੈ ਲੈ, ਸੈਟਿਸਫੈਕਸ਼ਨ ਸੇਮ ਹੋਏਗੀ। ਪਰ ਜਿਹੜੇ ਈ ਆ ਇਹ IC4 ਤੇ ਆ ਅਤੇ ਉਹਨੂੰ ਜਿਹੜੀ ਮੈਕਸੀਮਮ ਸੈਟਿਸਫੈਕਸ਼ਨ ਆ ਉਹ ਈ ਤੋਂ ਮਿਲੇਗੀ, ਕਿਉਂਕਿ ਈ ਹੈ ਜਿਹੜਾ ਉਹ ਹਾਇਰ ਸੈਟਿਸਫੈਕਸ਼ਨ 'ਤੇ ਆ। ਇਹਦੀਆਂ ਐਕਚੁਅਲੀ ਪ੍ਰੋਪਰਟੀਜ਼ ਵੀ ਉਹ ਆਪਾਂ ਬਾਅਦ ਵਿੱਚ ਕਰਾਂਗੇ। ਉਹਦੇ ਵਿੱਚ ਇਹੀ ਆ, ਹਾਇਰ ਦੀ ਡਿਫਰੈਂਸ ਕਰਵ ਹਾਇਰ ਸੈਟਿਸਫੈਕਸ਼ਨ, ਮੀਨ ਜਿੰਨੀ ਡਿਫਰੈਂਸ ਕਰਵ ਉੱਪਰ ਦੀ ਹੋਏਗੀ ਉਨੀ ਉਹ ਤੋਂ ਪ੍ਰਾਪਤ ਹੋਣ ਵਾਲੀ ਸੈਟਿਸਫੈਕਸ਼ਨ ਜ਼ਿਆਦਾ ਹੋਏਗੀ। ਇਹ ਆ ਡਿਫਰੈਂਸ ਮੈਪ। ਦੇਖੋ ਮੈਂ ਤੁਹਾਨੂੰ ਸਟੱਡੀ ਮਟੀਰੀਅਲ ਸੈਂਡ ਕੀਤਾ ਹੋਇਆ। ਸਟੱਡੀ ਮਟੀਰੀਅਲ ਮੈਂ ਤੁਹਾਨੂੰ ਥੋੜ੍ਹਾ ਅਗਲੇ ਟੌਪਿਕ ਦਾ ਵੀ ਸੈਂਡ ਕਰ ਦਿੱਤਾ ਹੋਇਆ, ਪਰ ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਅੱਜ ਮੈਂ ਇੱਥੇ ਤੱਕ ਇਹ ਟੌਪਿਕ ਖਤਮ ਕਰਦੀ ਹਾਂ, ਐਂਡ ਕਰਦੀ ਹਾਂ ਇਹਦਾ। ਜੇ ਅੱਜ ਕਿਤੇ ਕੋਈ ਡਾਊਟ ਆ ਤਾਂ WhatsApp ਗਰੁੱਪ ਦੇ ਵਿੱਚ ਮੈਨੂੰ ਅੱਜ ਹੀ ਦੱਸ ਦਿਓ ਅਤੇ ਮੈਂ ਤੁਹਾਨੂੰ ਦੁਬਾਰਾ ਕੱਲ੍ਹ ਇਹ ਡਾਇਗਰਾਮ ਡਰਾ ਕਰਕੇ ਦੁਬਾਰਾ ਸਮਝਾਉਣ ਦੀ ਕੋਸ਼ਿਸ਼ ਕਰੂੰਗੀ, ਕਿਉਂਕਿ ਇੱਥੇ ਇਹ ਡਾਇਗਰਾਮ ਖਾਸ ਕਰਕੇ ਡਿਫਰੈਂਸ ਮੈਪ ਸਮਝਾਉਣੀ ਬਹੁਤ ਜ਼ਰੂਰੀ ਹੈ। ਜੇ ਤਾਂ ਤੁਹਾਨੂੰ ਕਲੀਅਰ ਹੁੰਦੀ ਪਈ ਆ ਵੈਲ ਐਂਡ ਗੁੱਡ, ਅਦਰਵਾਈਜ਼ ਤੁਸੀਂ ਮੈਨੂੰ ਦੱਸ ਦਿਓ। WhatsApp ਗਰੁੱਪ 'ਚ ਦੱਸਿਓ, ਪਰਸਨਲ ਮੈਸੇਜਸ ਅਵੋਇਡ ਕਰਿਓ ਅਤੇ ਫਿਰ ਆਪਾਂ ਉਹਦੇ ਜਿਹੜਾ ਡਾਊਟ ਆ ਉਹਨੂੰ ਕਲੀਅਰ ਕਰਾਂਗੇ। ਜੇ ਤੁਹਾਨੂੰ ਕਲੀਅਰ ਹੋ ਗਈ ਹੈ ਦੈਨ ਓਕੇ, ਮੈਂ ਕੱਲ੍ਹ ਨੈਕਸਟ ਟੌਪਿਕ ਤੁਹਾਨੂੰ ਜਿਹੜਾ ਕਰਵਾਵਾਂਗੀ। ਥੈਂਕ ਯੂ ਸੋ ਮਚ।